कदों अकाली दल जिहड़ा है वो कुर्बानी वाली पंथक जमात जिहदे लई आम साडे बजुर्गां दी जनरेशन जदों हुंदा सी जी कौन है पंथ वालों कौन खड़ा है इहदा वोट असीं पंथ नूं पाउणी है तकड़ी नूं पाउणी उन्हां दे लई अकाली दल ते पंथ सिनोनिमस सी वो सोचिया भी नहीं सी पर अज ऐसा की होया है कि वो अकाली दल दा प्रधान सुखबीर बादल रिपीटेड अटैक्स दा सामना कर रहे कि इन्हां नूं अपने आप नूं ये समझ नहीं आती है भी वो कौम जिहड़ी अखां ते बिठाण वाली है जे इस कदर जिसनूं असीं सिमरिंग एंगर कहंदे हैं कि अंदर जो कुछ चल रहा है क्योंकि बहुत कुछ ऐसा होया है इन्हां दे राज वेले गुरु ग्रंथ साहब दी बेदबी दीयां घटनावां और जो लेटेस्ट 2 दसंबर 2024 ਨੂੰ ਜਿਹੜਾ ਇਹਨਾਂ ਦੇ ਖਿਲਾਫ ਅਕਾਲ ਤਖਤ ਤੋਂ ਆਇਆ ਬਹੁਤ ਸਾਰਿਆਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਇਹ ਹੁਣ ਇੱਕ ਰਿਵਾਈਵਲ ਹੋਏਗੀ ਅਕਾਲੀ ਦਲ ਐਜ਼ ਅ ਪੰਥਕ ਜਮਾਤ ਵਾਪਸ ਆਏਗੀ ਔਰ ਇੰਨਾ ਉਤਸ਼ਾਹ ਪੈਦਾ ਲੇਕਿਨ ਜਿਵੇਂ ਇਹਨਾਂ ਨੇ ਕੜੀ ਘੋੜੀ ਮੁੜ ਕੇ ਬਿਲਕੁਲ ਹੀ ਮੁੱਕਰਿਆ ਫਿਰ ਕਿਵੇਂ ਜਿਹੜਾ ਉਹ ਇੱਕ ਤੋਂ ਬਾਅਦ ਇੱਕ ਜਥੇਦਾਰ ਬਦਲਣ ਦੀ ਲਾਈਨ ਆਈ ਔਰ ਬਿਲਕੁਲ ਬੇਸ਼ਰਮੀ ਦੇ ਨਾਲ ਉਸੇ ਤਰ੍ਹਾਂ ਹੀ ਜਿਹੜਾ ਉਹ ਆਪਣੀ ਪ੍ਰਧਾਨਗੀ ਦੇ ਨਾਂ ਥੱਲੇ ਕਰ ਰਹੇ ਨੇ ਹੁਣ ਲੇਟਲੀ ਅਜੇ ਨਹੀਂ ਪਤਾ ਹੈ ਡਿਟੇਲ ਕਿ ਭਾਈ ਜਸਪਾਲ ਸਿੰਘ ਦਾ ਸੰਬੰਧ ਕਿਹਦੇ ਨਾਲ ਹੈ ਕੀ ਹੈ ਇਨਵੈਸਟੀਗੇਸ਼ਨ ਵੀ ਉਹਨਾਂ ਨੇ ਹੀ ਕਰਨੀ ਹੈ ਜਿਹੜੇ ਜੇ ਦੁਸ਼ਮਣ ਦੀ ਸਾਜ਼ਿਸ਼ ਹੈ ਜਾਂ ਉਹਨਾਂ ਦੀ ਕੰਸਪੀਰੇਸੀ ਹੈ ਤੇ ਉਹ ਤਾਂ ਫਿਰ ਇਹਨਾਂ ਦੇ ਆਪਣੇ ਹੋ ਚੁੱਕੇ ਨੇ ਉਹਦਾ ਅੱਜ 4 ਦਿਨ ਪਹਿਲਾਂ 4-5 ਦਿਨ ਪਹਿਲਾਂ ਸੁਖਬੀਰ ਬਾਦਲ ਮੋਦੀ ਦੇ ਨਾਲ ਜਾ ਕੇ ਇੱਕ ਪ੍ਰਾਈਵੇਟ ਮੀਟਿੰਗ ਕਰਦਾ ਉਸ ਤੋਂ ਬਾਅਦ ਵਿਰਸੇ ਵਲਟੋਏ ਵਰਗੇ ਜਾਂ ਦੂਜੇ ਜਿਹੜੇ ਨੇ ਉਹ ਬੜੀ ਐਡਵੋਕੇਸੀ ਕਰਦੇ ਨੇ ਕਿ ਦੇਖੋ ਜੀ ਇਹ ਹਿੰਦੂ ਸਿੱਖ ਏਕਤਾ ਦਾ ਪੰਜਾਬ 'ਚ ਤਾਂ ਹੀ ਸੰਭਵ ਹੈ ਜੇ ਜਿਹੜੀ ਹੈ ਉਹ ਬਾਦਲਾਂ ਦਾ ਸਾਡੇ ਦਲ ਦਾ ਔਰ ਬੀਜੇਪੀ ਦਾ ਅਲਾਇੰਸ ਹੁੰਦਾ ਜਦੋਂ ਅਸੀਂ ਸਾਜ਼ਿਸ਼ ਜਾਂ ਦੂਸਰਾ ਕਰਦੇ ਹਾਂ ਇਹ ਬੀਜੇਪੀ ਜਾਂ ਏਜੰਸੀਆਂ ਦਾ ਕੰਮ ਹੁੰਦਾ ਕਿ ਜੇ ਕਿਸੇ ਲਈ ਤੁਸੀਂ ਹਮਦਰਦੀ ਪੈਦਾ ਕਰਨੀ ਹੈ ਅਦਰਵਾਈਜ਼ ਕੁਛ ਨਹੀਂ ਚੱਲ ਰਿਹਾ ਤੁਸੀਂ ਕੁਛ ਨਾ ਕੁਛ ਕਰਵਾ ਦਿੰਦੇ ਹੋ ਔਰ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਕਰਨ ਵਾਲਾ ਹੈ ਉਹ ਜਿਹੜੇ ਕਰਵਾਉਣਾ ਚਾਹੁੰਦੇ ਨੇ ਉਹਨਾਂ ਦੀ ਪੇਰੋਲ ਤੇ ਹੁੰਦਾ ਹਾਲਾਤ ਉਸ ਕਿਸਮ ਦੇ ਬਣਾ ਦਿੱਤੇ ਜਾਂਦੇ ਨੇ ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ ਫਿਰ ਦੇਰ ਕਿਸ ਗੱਲ ਦੀ ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ व्यूअर्स वेलकम बैक हम प्रोग्राम सो इस गलबात करन जा रहे हैं कि मीडिया रिपोर्टां अनुसार नंदेड़ दे गुरुद्वारा माता साहिब कौर कंपलैक्स विच सुखबीर बादल ते हमला होया जिस विच ओ मामूली जख्मी होए हमलावर जड़ा कि निहंग बाणे विच सी उसदा नाम जसपाल सिंह दस्सिया जा रहा सवाल ये पैदा हुंदा है कि सुखबीर बादल ਜਿਹੜੇ ਬਾਰ-ਬਾਰ ਉਹਨਾਂ ਦੇ ਜਿਹੜੇ ਹਮਲੇ ਹੋ ਰਹੇ ਨੇ ਕਿ ਇੱਕ ਸਾਜ਼ਿਸ਼ ਹਨ ਜਾਂ ਸਿੱਖ ਕੌਮ ਅੰਦਰ ਬਾਦਲਾਂ ਦੇ ਸਿੱਖ ਵਿਰੋਧੀ ਰਵੱਈਏ ਕਰਕੇ ਪੈਦਾ ਹੋਏ ਗੁੱਸੇ ਦਾ ਨਤੀਜਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਰਾਜ ਸਾਹਿਬ ਕੀ ਵਿਚਾਰਾਂ ਨੇ ਦੇਖੋ ਅੱਜ ਸਿੱਖ ਹਲਕਿਆਂ 'ਚ ਔਰ ਵੈਸੇ ਵੀ ਮੀਡੀਆ 'ਚ ਪੰਜਾਬ ਦੇ ਵੀ ਔਰ ਸੋਸ਼ਲ ਮੀਡੀਆ ਤੇ ਵੀ ਦੋ ਖਬਰਾਂ ਪ੍ਰਮੁੱਖ ਤੌਰ ਤੇ ਗਰਦਿਸ਼ ਕਰ ਰਹੀਆਂ ਨੇ ਇੱਕ ਤਾਂ ਪਿਛਲੇ ਦਿਨਾਂ 'ਚ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਇਤਿਹਾਸਕ ਗੁਰਦੁਆਰਾ ਪੰਜੋ ਖਰਾ ਸਾਹਿਬ ਜਿਸ ਦਾ ਇਤਿਹਾਸ ਜਿਹੜਾ ਹੈ ਉਹ ਬੜਾ ਰੋਚਕ ਹੈ ਕਿ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜਿਨ੍ਹਾਂ ਨੂੰ 5 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਦੀ ਬਖਸ਼ਿਸ਼ ਹੋਈ ਉਹ ਦਿੱਲੀ ਜਾ ਰਹੇ ਸਨ ਤੇ ਪੰਜੋ ਖਰਾ ਸਾਹਿਬ ਜਿਹੜਾ ਅੰਬਾਲੇ ਦੇ ਨੇੜੇ ਹੈ ਉੱਥੇ ਉਹ ਰੁਕੇ ਔਰ ਉੱਥੇ ਇੱਕ ਹੰਕਾਰੀ ਪੰਡਤ ਲਾਲ ਚੰਦ ਜਾਂ ਕੀ ਇਸ ਕਿਸਮ ਦਾ ਉਹਦਾ ਨਾਂ ਹੈ ਉਹਨੂੰ ਜਦੋਂ ਪਤਾ ਲੱਗਾ ਕਿ ਆਏ ਨੇ ਉਹਨੇ ਪੁੱਛਿਆ ਕਿ ਭਾਈ ਗੁਰੂ ਸਾਹਿਬ ਦਾ ਕੀ ਹੈ ਉਹਨਾਂ ਦੀ ਵਿਦਵਤਾ ਉਹਨਾਂ ਨੂੰ ਕਿਹਾ ਕਿ 5 ਸਾਲ ਦੀ ਉਹਨਾਂ ਦੀ ਉਮਰ ਹੈ ਉਹਨੇ ਕਿਹਾ ਕਿ ਦੇਖੋ ਨਾਂ ਤਾਂ ਹਰਕ੍ਰਿਸ਼ਨ ਰੱਖਿਆ ਹੋਇਆ ਕ੍ਰਿਸ਼ਨ ਨਾਲੋਂ ਵੀ ਵੱਡਾ ਨਾਂ ਤੇ ਇਹ ਜੇ ਮੈਂ ਤਾਂ ਮੰਨਾਂ ਜੇ ਮੈਨੂੰ ਗੀਤਾ ਦੇ ਅਰਥ ਕਰਕੇ ਸਮਝਾ ਦੇਣ ਵੀ ਕ੍ਰਿਸ਼ਨ ਜੀ ਜਿਨ੍ਹਾਂ ਨੇ ਉਹਨਾਂ ਨੇ ਤਾਂ ਗੀਤਾ ਉਚਾਰੀ ਹੈ ਔਰ ਉਹ ਲਾਲ ਚੰਦ ਉੱਥੇ ਜਾਂਦਾ ਹੈ ਔਰ ਉਹ ਗੁਰੂ ਸਾਹਿਬ ਨੇ ਉਹਨੂੰ ਕਿਹਾ ਕਿ ਭਾਈ ਕਿਉਂਕਿ ਜਦੋਂ ਇਸ ਕਿਸਮ ਦਾ ਸ਼ੰਕਾ ਹੁੰਦਾ ਤਾਂ ਫਿਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਗੱਦੀ ਹੈ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਹੈ ਤੂੰ ਕੋਈ ਲਾਇਆ ਹੋਰ ਉਸ ਤੋਂ ਹੀ ਅਸੀਂ ਕਰਵਾ ਦਿਆਂਗੇ ਔਰ ਉਹ ਇੱਕ ਜਿਹੜਾ ਛੱਜੂ ਚੋਰ ਜਿਹੜਾ ਜਿਹਦੀ
ਗੂੰਗਾ ਹੈ, ਜਿਹਨੂੰ ਬੋਲਣਾ ਹੀ ਨਹੀਂ ਆਉਂਦਾ, ਤਾਂ ਐ ਮਸਤਾਨਾ ਜਿਹਾ ਤੁਰਿਆ ਫਿਰਦਾ, ਉਹਨੂੰ ਫੜ ਕੇ ਲੈ ਆਉਂਦਾ ਕਿ ਵੀ ਉਹਨੂੰ ਗੁਰੂ ਸਾਹਿਬ ਨੇ ਉਹਨੂੰ ਕਿਹਾ ਸਿੱਖਾਂ ਨੂੰ ਕਿ ਭਾਈ ਇਹਨੂੰ ਤਿਆਰ ਬਿਆਰ ਇਸ਼ਨਾਨ ਕਰਵਾ ਕੇ ਕੱਪੜੇ ਪਹਿਨਾ ਕੇ ਲਿਆਓ, ਔਰ ਆਪਣੀ ਛੜੀ ਗੁਰੂ ਸਾਹਿਬ ਦੇ ਕੋਲ ਸੀ ਉਹਦੇ ਸਿਰ ਦੇ ਉੱਤੇ ਉਹ ਰੱਖ ਦਿੱਤੀ ਛੱਜੂ ਦੇ, ਔਰ ਉਸਨੇ ਜਿਹੜਾ ਪਟਕ ਪਟਕ ਬੋਲਣਾ ਵੀ ਸ਼ੁਰੂ ਕੀਤਾ, ਔਰ ਦੂਸਰਾ ਵੀ। ਸੋ ਇਹ ਜਿਹੜਾ ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ ਹੈ, ਉਹ ਹੈ ਜਿੱਥੇ ਕਿ ਇਹ ਕ੍ਰਿਸ਼ਮਾ ਗੁਰੂ ਸਾਹਿਬ ਨੇ ਵਰਤਾਇਆ ਜੀ। ਹੁਣ ਜ਼ਾਹਰ ਹੈ ਕਿ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਥਾਂ ਥਾਂ ਦੀਵਾਨ, ਜਿੱਥੇ ਜਿਸ ਗੁਰੂ ਸਾਹਿਬਾਨ ਦਾ ਕੋਈ ਜਿਸ ਸਥਾਨ ਨਾਲ ਨਾਤਾ ਹੁੰਦਾ ਜਾਂ ਇਤਿਹਾਸਕ ਤੌਰ ਤੇ ਉਹਨਾਂ ਦੀ ਪ੍ਰੈਜ਼ੈਂਸ ਉਹੀ ਹੁੰਦੀ ਹੈ, ਉੱਥੇ ਬਹੁਤ ਵੱਡੀ ਗਿਣਤੀ 'ਚ ਉਸ ਨੂੰ, ਜਿਵੇਂ ਦਿੱਲੀ ਬੰਗਲਾ ਸਾਹਿਬ ਹੈ, ਬਹੁਤ ਵੱਡੇ ਸਮਾਗਮ ਕਈ ਦਿਨ ਕੀਰਤਨ ਸਮਾਗਮ। ਹੁਣ ਉਸ ਮੌਕੇ ਤੇ ਅਸੀਂ ਦੇਖਦੇ ਹਾਂ ਵੀ ਜਦੋਂ ਅਸੀਂ ਕਿਸੇ ਵੀ ਘਟਨਾਕ੍ਰਮ ਨੂੰ ਦੇਖਦੇ ਹਾਂ ਕਿ ਸਾਜ਼ਿਸ਼ ਤੇ ਜੈਨੂਇਨਨੈਸ, ਪਹਿਲਾਂ ਤਾਂ ਸਾਨੂੰ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਵੀ ਇਸ ਵੇਲੇ ਜੋ 2027 ਦੀਆਂ ਪੰਜਾਬ 'ਚ ਬੀਜੇਪੀ ਨੇ ਚੋਣਾਂ ਜਿੱਤਣ ਦੇ ਲਈ ਜਿਸ ਕਿਸਮ ਦੇ ਜਿਹੜੇ ਸਾਰੇ ਆਪਣੇ ਹੱਥਕੰਡੇ ਅਪਣਾਏ ਹੋਏ ਨੇ, ਜਿਵੇਂ ਪੰਜਾਬ ਦੇ ਵਿੱਚ ਹਿੰਦੂ ਫੇਸ ਪਾਸੇ ਕਰਕੇ ਜਿਹੜੇ ਜਿਹੜਾ ਸੁਨੀਲ ਜਾਖੜ ਹੋਏ, ਅਰੁਣ ਚੁੱਗ ਹੋਏ, ਫਲਾਣਾ ਹੋਏ, ਉਹਨਾਂ ਨੇ ਕੇਵਲ ਸਿੰਘ ਢਿੱਲੋਂ, ਅਮਰਿੰਦਰ ਸਿੰਘ, ਔਰ ਇਹ ਸਾਰੇ ਇਸ ਕਿਸਮ ਦੇ ਜਿਹੜੇ ਟੁਕੜ ਬੋਚ ਨੇ ਉਹਨਾਂ ਨੂੰ ਅੱਗੇ ਕੀਤਾ ਹੋਇਆ, ਔਰ ਫਿਰ ਜਿਸ ਕਿਸਮ ਦੇ ਦਾਅਵੇ ਦਮਗਜ਼ੇ ਕੀਤੇ ਮਾਰੇ ਜਾਂਦੇ ਨੇ। ਹੁਣ ਗੁਰਸਿਮਰਨ ਮੰਡ ਨਾਂ ਦਾ ਇੱਕ ਜਿਹੜਾ ਇਸ ਕਿਸਮ ਦਾ ਹੀ ਬਹੁ ਰੂਪੀਆ ਜਿਹੜਾ ਸਿੱਖੀ ਬਾਣੇ 'ਚ ਰੱਖਿਆ, ਪਰ ਉਹ ਜੈ ਸ਼੍ਰੀ ਰਾਮ ਔਰ ਖਾਲਿਸਤਾਨ ਵਿਰੋਧੀ ਫਰੰਟ ਸੰਤਾਂ ਦੇ, ਉਸ ਤੋਂ ਪਹਿਲਾਂ ਉਹ ਕਾਂਗਰਸ ਦਾ ਜਾ ਕੇ ਉਹ ਲੁਧਿਆਣੇ 'ਚ ਆਪਣੀ ਪੱਗ ਦੇ ਨਾਲ ਉਹਦਾ ਰਾਜੀਵ ਗਾਂਧੀ ਦੇ ਬੁੱਤ ਨੂੰ ਸਾਫ਼ ਕਰ, ਸੋ ਜਿਨ੍ਹਾਂ ਨੂੰ ਅੰਗਰੇਜ਼ੀ ਦੇ ਵਿੱਚ ਏਜੰਟ ਪ੍ਰੋਵੋਕੇਟਿਵਰ ਕਿਹਾ ਜਾਂਦਾ ਹੈ ਕਿ ਵੀ ਉਹ ਰੱਖੇ ਇਸ ਕੰਮ ਲਈ ਹੁੰਦੇ ਨੇ। ਸੋ ਜ਼ਾਹਰ ਹੈ ਕਿ ਵੀ ਉਹ ਬੰਦਾ ਜਿਹੜਾ ਹੈ ਉਸ ਪੰਜੋਖਰਾ ਸਾਹਿਬ 'ਚ, ਔਰ ਉਹਨੂੰ ਸਿਕਿਉਰਿਟੀ ਸੈਂਟਰਲ ਦੀ CRPF ਦੀ ਲਈ ਹੋਈ ਹੈ, ਉਹਨੇ ਬੀਜੇਪੀ ਦਾ ਹਿੰਦੂ ਤਵੀਆਂ ਦਾ ਉਹ ਏਜੰਟ ਪ੍ਰੋਵੋਕੇਟਿਵਰ ਰੱਖਿਆ ਹੋਇਆ। ਅੱਛਾ, ਉਹ ਉੱਥੇ ਜਾ ਵੜਦਾ ਹੈ ਪੰਜੋਖਰਾ, ਉਸ ਪਾਸੇ ਜਾਣ ਲੱਗਦਾ ਜਿੱਥੇ ਪਾਰਕਿੰਗ ਨਹੀਂ ਹੈ, ਉੱਥੇ ਜ਼ਬਰਦਸਤੀ ਉਹ ਆਪਣੀ ਗੱਡੀ ਵਾੜਦਾ, ਕਿਉਂਕਿ ਨਾਲ ਸਿਕਿਉਰਿਟੀ ਗਾਰਡ ਨੇ। ਉਹ ਇੱਕ ਦੋ ਨੌਜਵਾਨ ਉਹਦੇ ਥੱਲੇ ਵੀ ਆਉਂਦੇ ਨੇ ਜਿਹੜੇ ਜ਼ਖਮੀ ਹਾਲਤ 'ਚ ਹਸਪਤਾਲ 'ਚੋਂ ਉਹ ਅਜੇ ਵੀ ਦਾਖਲ ਨੇ ਜਾਂ ਉਹਨਾਂ ਨੂੰ ਛੁੱਟੀ ਮਿਲੀ। ਫਿਰ ਜਦੋਂ ਦੀਵਾਨ ਖਤਮ ਹੋ ਅੰਦਰ ਨਹੀਂ ਜਾਂਦਾ, ਉਹ ਬਾਹਰ ਹੀ ਖੜਾ ਹੈ, ਔਰ ਉਹ ਜਿਹੜਾ ਅੰਦਰ ਜੇ ਦੀਵਾਨ 'ਚ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ, ਉਹ ਬਾਹਰ ਹਰ ਹਰ ਮਹਾਦੇਵ ਕਰ ਰਿਹਾ ਹੈ, ਮੋਦੀ ਕੀ ਜੈ, ਔਰ ਦੂਸਰਾ ਔਰ ਕੁਛ ਨੌਜਵਾਨਾਂ ਦੀ ਨਜ਼ਰ ਪੈਂਦੀ, ਉਹ ਪਛਾਣ ਲੈਂਦੇ ਨੇ, ਹਾਲਾਂ ਉਹਨੇ ਮੂੰਹ ਜਿਹਾ ਢੱਕਿਆ ਹੋਇਆ, ਪਰ ਮੁੱਕਦੀ ਗੱਲ ਉਸ ਦੀ ਜਿਹਨੂੰ ਅੱਜ ਕੱਲ੍ਹ ਲਫ਼ਜ਼ ਸੋਸ਼ਲ ਮੀਡੀਆ 'ਤੇ ਹੈ ਜਿਹੜਾ ਜੈਨਜ਼ੀ ਇਸਤੇਮਾਲ ਕਰਦੀ ਹੈ, ਵੀ ਉਹਦੀ ਸਰਵਿਸ ਹੋ ਜਾਂਦੀ ਹੈ ਔਰ ਉਹਦੀ ਸਰਵਿਸ ਵੀ ਜਿਹੜੀ ਹੈ ਫਿਰ ਉਹਦੀ ਵੀ, ਉਹਦਾ ਮੁੰਡਾ ਵੀ ਨਾਲ ਹੈ, ਦੂਜੇ ਵੀ, ਉਹ ਜਿਹੜਾ ਉੱਥੇ ਹੀ ਖੜੇ ਫਿਰ ਉਹ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਾ ਰਿਹਾ, ਪਿੰਡਾਂ ਵਾਲਿਆਂ ਦੇ ਵੀ ਹੱਥ ਖੜੇ ਕਰਕੇ ਕਹਿ ਰਿਹਾ, ਜੋ ਉਹਦਾ ਉਹ ਸਾਰੀਆਂ ਵੀਡੀਓ ਸਾਹਮਣੇ ਨੇ। ਹੁਣ ਜ਼ਾਹਰ ਹੈ ਕਿ ਵੀ ਜੋ ਵੀ ਕਰਤੂਤ ਕੀਤੀ ਉਹਨੇ ਜਾ ਕੇ ਭੜਕਾਇਆ ਉਸ ਮਾਹੌਲ ਦੇ ਉੱਤੇ, ਉਸ ਮੌਕੇ 'ਤੇ ਜਦੋਂ ਕਿ ਇੱਕ ਪਵਿੱਤਰ ਦਿਨ ਔਰ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਉਸ ਸਥਾਨ ਦੇ ਉੱਤੇ ਮੌਜੂਦ ਸਨ। ਬਿਲਕੁਲ। ਲੇਕਿਨ ਹੁਣ ਹਰਿਆਣੇ ਦੇ ਵਿੱਚ ਜਿਹੜਾ ਚੀਫ ਮਿਨਿਸਟਰ ਹੈ ਬੀਜੇਪੀ ਦਾ, ਨਸੀਬ ਸੈਣੀ, ਜਿਹੜਾ ਪੱਗ ਬੰਨ੍ਹ ਕੇ ਪੰਜਾਬ ਦਾ ਉਹ ਚੋਣਾਂ ਦਾ ਇੰਚਾਰਜ ਵੀ ਉਹਨੂੰ ਬਣਾਇਆ ਹੋਇਆ। ਹੁਣ ਇਹ ਸਾਰੀ ਖੇਡ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਰਿਐਕਸ਼ਨ ਕੀ ਹੋਣਾ ਹੈ। ਹੁਣ ਇਹ ਜ਼ਾਹਰ ਹੋਇਆ ਕਿ ਗੁਰਦੁਆਰਾ ਕਮੇਟੀ ਔਰ ਇਸ ਮਾਮਲੇ ਦੇ ਉੱਤੇ ਹਰਿਆਣੇ ਦੇ ਸਿੱਖ, ਭਾਵੇਂ ਹਰਿਆਣਾ ਗੁਰਦੁਆਰਾ ਕਮੇਟੀ, ਉਹਦੇ 'ਚ ਬੀਜੇਪੀ ਦਾ ਇਨਫਲੂਐਂਸ ਵੀ ਹੈ, ਬਲਜੀਤ ਦਾਦੂਵਾਲ ਔਰ ਇਹ ਜਗਦੀਸ਼ ਸਿੰਘ ਝੀਂਡਾ ਜਾਂ ਦੂਜੇ ਇੱਕ ਦੂਜੇ ਨੂੰ ਸਾਰੇ ਹੀ ਉਹਦਾ ਏਜੰਟ ਕਹਿੰਦੇ ਨੇ। ਪਰ ਇਸ ਮੁੱਦੇ ਦੇ ਉੱਤੇ ਹਰਿਆਣੇ ਦੀਆਂ ਸਿੱਖ ਸੰਗਤਾਂ ਔਰ ਅੰਬਾਲਾ ਔਰ ਜਿਹੜੇ ਵੀ ਸੀ ਉਹਨਾਂ ਨੇ ਟੁਗੈਦਰਨੈਸ ਰੱਖੀ, ਉਹਨਾਂ ਨੇ ਕਿਹਾ ਵੀ ਇਹ ਜਾਣਬੁੱਝ ਕੇ ਕੀਤਾ ਹੈ, ਔਰ ਉਸ ਤੋਂ ਫੌਰਨ ਉਹਨਾਂ ਨੇ ਕਿਹਾ ਵੀ FIR ਇਹਦੇ ਖਿਲਾਫ ਰਜਿਸਟਰ ਕਰੋ ਮੰਡ ਦੇ, ਕਿ ਵੀ ਇਹਨੇ ਜਾਣ ਕੇ, ਉਹ ਤਾਂ ਕੀ ਕਰਨੀ ਮੌਕੇ ਦੇ ਉੱਤੇ ਤਾਂ ਉਹਨੂੰ ਜਿਹੜਾ ਉਹ ਇੱਕ ਡਿਫਰੈਂਟ ਕਹਾਣੀ ਬਣਾ ਦਿੱਤੀ। ਉਸ ਤੋਂ ਬਾਅਦ ਦਰਜਨਾਂ ਨੌਜਵਾਨਾਂ ਦੀ, ਹੁਣ ਜਦੋਂ ਕੁੱਟਣ ਕਟਾਣ ਦਾ ਕੰਮ ਹੁੰਦਾ ਉੱਥੇ ਤਾਂ ਫਿਰ ਜਿਹਦਾ ਜੀ ਕਰਦਾ, ਉਹ ਅੱਜ ਕੱਲ੍ਹ CCTV ਕੈਮਰੇ ਨੇ, ਵੀਡੀਓਜ਼ ਬਣਦੀਆਂ, ਦਰਜਨਾਂ ਨੌਜਵਾਨ ਉਹਨਾਂ ਨੇ ਚੁੱਕਣੇ ਸ਼ੁਰੂ ਕਰਤੇ। 2 ਨੌਜਵਾਨਾਂ ਦਾ ਪਤਾ ਹੀ ਨਹੀਂ ਲੱਗਾ ਕਿੱਥੇ ਨੇ। ਇਹ ਸੰਗਤ ਦੇ ਵਿੱਚ ਗੁੱਸਾ ਆਇਆ, ਉਹਨਾਂ ਨੇ ਮੀਟਿੰਗ ਕੀਤੀ, ਸਾਰੇ ਸਿੱਖ ਲੀਡਰ ਇਕੱਠੇ ਹੋਏ, ਉਹਨਾਂ ਨੇ ਅਲਟੀਮੇਟਮ ਦਿੱਤਾ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਕਿ ਭਾਈ ਸਾਡੇ ਬੱਚੇ ਛੱਡੋ, ਵੀ ਉਹਦੇ ਖਿਲਾਫ FIR ਕਰੋ ਜਿਹਨੇ ਆ ਕੇ ਕੀਤਾ। ਉਹਨਾਂ ਨੇ ਜਿਹੜਾ ਉਹ ਕੋਈ ਬਹੁਤੀ ਪਰਵਾਹ ਨਹੀਂ ਕੀਤੀ ਜਿਵੇਂ ਹੁੰਦਾ ਟਰਕਾਲੋ ਜੀ, ਕਿਉਂਕਿ ਇਹ ਬੀਜੇਪੀ ਦੀ ਖੇਡ ਹੈ। ਉਹਨਾਂ ਨੇ
ਕੁਛ ਨਾ ਕੁਛ ਇਹਨੂੰ ਉਹ ਹਿੰਦੂ ਸਿੱਖ ਇਸ਼ੂ ਵੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਕਿਸੇ ਵੀ ਥਾਂ ਤੇ ਕੋਈ ਵੀ ਚੀਜ਼ ਹੋਏ। ਬਿਲਕੁਲ। ਔਰ ਨਤੀਜੇ ਦੇ ਤੌਰ ਤੇ ਸੰਗਤ ਦੇ ਵਿੱਚ ਇੰਨਾ ਕੁ ਰੋਹ ਸੀ ਨੌਜਵਾਨਾਂ 'ਚ, ਈਵਨ ਪ੍ਰਬੰਧਕ ਜਿਨ੍ਹਾਂ 'ਚ ਮੁੱਖ ਹਰਿਆਣਾ ਉਹਨਾਂ ਨੇ ਕਿਹਾ ਵੀ ਦੇਖੋ ਨਹੀਂ ਤਾਂ ਅਸੀਂ GT ਰੋਡ ਜਾਮ ਕਰਾਂਗੇ, ਜਿਹੜੀ ਦਿੱਲੀ ਰੋਡ ਹੈ ਮੇਨ ਅੰਬਾੜੇ ਤੋਂ। ਉਹ ਜਾ ਕੇ ਸੰਗਤ ਬੈਠ ਗਈ ਉੱਥੇ, ਉਹਨਾਂ ਨੇ ਉਹਨੂੰ ਜਾਮ ਕਰਤਾ। ਔਰ ਜਿਸ ਬਰੂਟੈਲਿਟੀ ਦੇ ਨਾਲ ਅਸੀਂ ਤਾਂ ਉੱਥੇ ਜੰਤਰ ਮੰਤਰ ਦੇ ਉੱਤੇ ਜੋ 20 ਜੁਲਾਈ ਨੂੰ ਹੋਇਆ ਉਹਦਾ ਦੇਖਦੇ ਹਾਂ, ਜਿਹੜੀਆਂ ਵੀਡੀਓ ਸਾਹਮਣੇ ਆਈਆਂ ਨੇ ਸਾਡੇ ਵੀਰ ਅਮਰਜੀਤ ਸਿੰਘ LA ਤੋਂ ਵੀ, ਕਿਉਂਕਿ ਉਹ ਕਾਫੀ ਨਜ਼ਰ ਰੱਖਦੇ ਨੇ ਹਰਿਆਣਾ ਸਿੱਖ ਅਫੇਅਰਸ ਦੇ ਉੱਤੇ, ਉਹਨਾਂ ਨੇ ਬਹੁਤ ਸਾਰੀਆਂ ਵੀਡੀਓਜ਼, ਕਾਪੀਰਾਈਟ ਹੈ ਅਸੀਂ ਸ਼ੋਅ ਨਹੀਂ ਕਰ ਸਕਦੇ। ਅੱਛਾ। ਜਿਸ ਬਰੂਟੈਲਿਟੀ ਦੇ ਨਾਲ ਸੰਗਤਾਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ ਲਾਠੀ ਚਾਰਜ, ਟੀਅਰ ਗੈਸ ਔਰ ਵੱਡੀ ਗਿਣਤੀ 'ਚ ਪੁਲਿਸ ਨੇ ਆ ਕੇ ਧਾਵਾ ਬੋਲਿਆ ਔਰ ਬਿਲਕੁਲ ਉਹਨਾਂ ਨੂੰ ਬੇਇੱਜ਼ਤ ਕੀਤਾ ਹੈ, ਜਿਹੜਾ ਉਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਬਈ ਇਹਨਾਂ ਨੇ ਸਿੱਖਾਂ ਨੂੰ ਕੁੱਟ ਚਾੜਨ ਦਾ ਜਿਹੜਾ ਹੈ ਉਹ ਵੀ ਪਾਰਟ ਕਰ ਲਿਆ ਹੋਇਆ, ਅਗਲਾ ਉਹਨਾਂ ਦਾ ਫੇਜ਼ ਇਹੀ ਹੈ। ਇਹ ਹਰਿਆਣੇ ਦੇ ਵਿੱਚ ਉਹਨਾਂ ਨੇ ਐਗਜ਼ੀਬਿਟ ਕੀਤਾ। ਹੁਣ ਇਸ ਵੇਲੇ ਬਾਅਦ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਬਹੁਤ ਸਾਰੇ ਜ਼ਖਮੀ ਨੇ, ਈਵਨ ਸ਼ਾਇਦ ਜਗਦੀਸ਼ ਸਿੰਘ ਝੀਂਡਾ ਜੋ ਉਹਨਾਂ ਦੇ ਵੀ ਬਲੱਡ ਜਿਹੜੀ ਬਾਂਹ 'ਚੋਂ ਖੂਨ ਨਿਕਲ ਰਿਹਾ, ਔਰ ਬਾਕੀ ਵੀ ਕਿੰਨੇ ਨੇ, ਕਿੰਨੇ ਗਾਇਬ ਕੀਤੇ ਹੋਣਗੇ, ਕਿੰਨੇ ਕੀ। ਹੁਣ ਇਹ ਆਪਣੇ ਆਪ ਦੇ ਵਿੱਚ ਇਹ ਦੱਸ ਰਹੀ ਹੈ ਗੱਲ ਕਿ ਭਾਈ ਸਾਡੇ ਲਈ, ਅਸੀਂ ਇੱਕ ਪਾਸੇ ਤਾਂ ਜਿੱਥੇ ਥੋੜੀ ਬਹੁਤ ਸੋਸ਼ਲ ਮੀਡੀਆ ਤੇ ਵਾਹ ਹੁੰਦੀ ਹੈ ਜੀ ਦੇਖੋ ਸਿੱਖਾਂ ਨੇ ਬੰਗਲਾ ਸਾਹਿਬ ਦੇ ਦਰਵਾਜ਼ੇ ਖੋਲ ਦਿੱਤੇ, ਤੇ ਦੂਸਰਾ ਹੋਇਆ ਅਸੀਂ ਉਸ ਵਾਹਵਾਈ 'ਚ ਵੀ ਜਿਹੜਾ ਆਨੰਦ ਲੈਣ ਲੱਗ ਜਾਂਦੇ, ਸਾਨੂੰ ਵੀ ਚੰਗਾ ਲੱਗਦਾ। ਲੇਕਿਨ ਹਕੀਕਤ ਦੇ ਵਿੱਚ ਇਹ ਇਹਨਾਂ ਦੀ ਨੀਤ ਹੈ। ਉਹਨਾਂ ਨੇ ਹਰਿਆਣੇ 'ਚ ਜਾ ਕੇ ਇਹ, ਔਰ ਇਹ ਕਦੇ ਵੀ ਇਸ ਲੈਵਲ ਦਾ ਜਿਹੜਾ ਕਰਤੂਤ ਜਿਹੜੀ ਉਹਨੇ ਗੁਰਸਿਮਰਨ ਮੰਡ ਨੇ ਕੀਤੀ, ਔਰ ਉਸ ਤੋਂ ਬਾਅਦ ਜਿਹੜਾ ਪੁਲਿਸ ਦਾ ਰਵੱਈਆ ਸੀ ਕਿ ਤੁਸੀਂ ਨੌਜਵਾਨਾਂ ਨੂੰ ਹੀ ਫੜ ਰਹੇ ਹੋ ਬਜਾਏ ਕਿ ਉਹਦੇ ਖਿਲਾਫ FIR ਕਰਨ ਦੇ, ਔਰ ਤੁਸੀਂ ਜਿਹੜਾ ਉਹ ਬਰੂਟਲੀ ਜਿਹੜਾ ਟੀਅਰ ਗੈਸ ਔਰ ਲਾਠੀ ਚਾਰਜ ਕਰ ਰਹੇ ਹੋ, ਔਰ ਫਿਰ ਪੁਲਿਸ ਦਾ DIG ਜਾਂ ਦੂਜੇ 2-4 ਬਿਠਾਏ ਹੋਏ ਨੇ, ਇਸकी बाजू पे लगी ये पुलिसकर्मी, ये हुआ 5 हमारे गंभीर, ਇਹ ਦੱਸਣ ਦੇ ਲਈ ਕਿ ਜਿਵੇਂ ਉਹਨਾਂ ਨੇ ਹਮਲਾ ਕਰ ਦਿੱਤਾ ਪ੍ਰੋਟੈਸਟਰਸ ਨੇ। ਤਾਂ ਜਾਮ ਤਾਂ ਕੀਤਾ, ਲੇਕਿਨ ਕਿਉਂ ਨਹੀਂ ਤੁਸੀਂ ਜਿਹੜਾ ਉਸ ਅੱਜ ਕਿੰਨੇ ਦਿਨ ਹੋ ਗਏ ਨੇ ਇਸ ਗੱਲ ਨੂੰ, ਕਿਉਂਕਿ ਜਿਹੜਾ ਮੰਡ ਵਾਲਾ ਵਾਕਿਆ ਇਹ ਤਾਂ ਵੀਕਐਂਡ ਦਾ 4ਵਾਂ-5ਵਾਂ ਦਿਨ ਹੈ, ਕੋਈ ਕਾਰਵਾਈ ਨਹੀਂ, ਰਾਦਰ ਤੁਸੀਂ ਨੌਜਵਾਨਾਂ ਨੂੰ ਫੜ ਰਹੇ ਹੋ। ਹੁਣ ਇੱਕ ਪਾਸੇ BJP ਰੂਲਡ ਹਰਿਆਣੇ ਦੇ ਵਿੱਚੋਂ ਇਹ ਖਬਰ ਹੈ, ਦੂਸਰੇ ਪਾਸੇ BJP ਰੂਲਡ ਮਹਾਰਾਸ਼ਟਰ, ਜਿੱਥੇ BJP ਨੇ ਬਿਲਕੁਲ ਸ਼ਿਵ ਸੈਨਾ ਦੇ ਅੰਦਰ ਘੁਸਪੈਠ ਕਰਕੇ ਸ਼ਿੰਦੇ ਨੂੰ ਨਾਲ ਲਾ ਕੇ ਤੇ ਆਪਣਾ ਫੜਨਾਵੀਸ ਚੀਫ ਮਿਨਿਸਟਰ ਬਣਾਇਆ ਹੋਇਆ। ਹੁਣ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰੈਜ਼ੀਡੈਂਟ, ਉਹ ਆਪਣੇ ਪਰਿਵਾਰ ਦੇ ਨਾਲ ਜਿਹੜਾ ਉਹ ਤਖਤ ਹਜ਼ੂਰ ਸਾਹਿਬ ਔਰ ਪੂਰਾ ਨਾਲ ਉਹਨਾਂ ਦੇ ਸਿਕਿਉਰਿਟੀ ਵਾਲੇ ਵੀ ਨੇ, ਹਜ਼ੂਰ ਸਾਹਿਬ ਦਰਸ਼ਨ ਕਰਦਾ ਹੈ, ਉੱਥੇ ਉਹਨਾਂ ਨੂੰ ਆਨਰ ਸਿਰੋਂ ਪਾਈ ਹੈ। ਫਿਰ ਉਹ ਮਾਤਾ ਸਾਹਿਬ ਕੌਰ ਦੇ ਗੁਰਦੁਆਰਾ ਸਾਹਿਬ ਆਉਂਦਾ, ਉਹਦੇ ਕੰਪਲੈਕਸ ਦੇ ਵਿੱਚ ਇੱਕ 65-70 ਸਾਲਾ ਨਿਹੰਗ ਬਾਣੇ ਦੇ ਵਿੱਚ ਜਿਹਦਾ ਨਾਂ ਜਸਪਾਲ ਸਿੰਘ ਹੈ, ਜਿਹਦੇ ਬਾਰੇ ਆਂਦਾ ਕਿ ਪੂਨੇ ਦਾ ਰਹਿਣ ਵਾਲਾ ਹੈ, ਜਿੰਨੀ ਥੋੜੀ ਬਹੁਤ ਜਾਣਕਾਰੀ, ਵਕੀਲ ਵੀ ਹੈ, ਉਹ ਪਿਛਲੇ 2 ਸਾਲ ਤੋਂ ਉਸੇ ਗੁਰਦੁਆਰਾ ਸਾਹਿਬ 'ਚ ਕਲਰਕ ਦਾ ਜੌਬ ਕਰਦਾ ਹੈ। ਉਹ ਆਪਣੀ ਕਿਰਚ ਦੇ ਨਾਲ ਜਿਹੜਾ ਬਾਂਹ ਦੇ ਉੱਤੇ, ਗੁੱਟ ਦੇ ਉੱਤੇ ਵਾਰ ਕਰਦਾ ਹੈ, ਉਹ ਜ਼ਖਮੀ ਹੋਇਆ ਬਾਦਲ। ਹਾਲਾਂ ਉਹ ਆਊਟ ਆਫ ਡੇਂਜਰ ਵਾਲੀ ਗੱਲ ਹੈ, ਕੋਈ ਮਾਰਨਾ ਇੰਟੈਂਟ ਹੁੰਦਾ ਫਿਰ ਗੁੱਟ ਨਹੀਂ, ਫਿਰ ਤਾਂ ਕੋਈ ਗਾਟੇ ਤੇ ਵਾਰ ਕਰਦਾ। ਪਰ ਇਹਨੂੰ ਲੈ ਕੇ ਇੱਕਦਮ ਜੋ ਮਾਹੌਲ ਬਣਿਆ ਉਸ ਦੇ ਵਿੱਚ ਅਸੀਂ ਇੱਕ ਪਾਸੇ ਤਾਂ ਖੰਡਨ ਦੇਖਦੇ ਹਾਂ ਵੀ ਕਿਨੇ ਕੀ ਕਿਹਾ। BBC ਦੀ ਵੀ ਮੇਨ ਖਬਰ ਇਹੀ ਹੈ ਕਿ ਨੰਦੇੜ 'ਚ ਸੁਖਬੀਰ ਬਾਦਲ ਤੇ ਹਮਲਾ, ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਅਕਾਲੀ ਦਲ ਚੀਫ ਬਾਦਲ ਅਟੈਕਡ ਇਨ ਮਹਾਰਾਸ਼ਟਰ's ਨੰਦੇੜ, ਪਾਰਟੀ ਡਿਮਾਂਡ CBI ਪ੍ਰੋਬ। ਬਾਦਲ ਦਲ ਕਹਿੰਦਾ ਜੀ CBI ਦੀ ਪ੍ਰੋਬ ਕਰਾਓ। ਅਕਾਲ ਤਖਤ ਜਥੇਦਾਰ ਜਿਹੜੇ ਨੇ, ਅਕਾਲ ਤਖਤ ਜਥੇਦਾਰ ਗੜਗੱਜ ਕੰਡੈਮਸ ਅਟੈਕ ਔਨ ਸੁਖਬੀਰ ਬਾਦਲ ਐਟ ਨੰਦੇੜ ਗੁਰਦੁਆਰਾ। ਬਿਕਰਮ ਮਜੀਠੀਆ ਲਿੰਕਸ ਨੰਦੇੜ ਅਟੈਕ ਔਨ ਸੁਖਬੀਰ ਬਾਦਲ ਟੂ ਗੋਲਡਨ ਟੈਂਪਲ ਅਟੈਕ, ਸੀਕ CBI ਪ੍ਰੋਬ। ਉਹ ਕਹਿੰਦਾ ਜੀ ਇਹ ਜਿਵੇਂ ਨਰਾਇਣ ਸਿੰਘ ਚੌੜੇ ਨੇ ਉਸ ਤੋਂ ਪਹਿਲਾਂ ਜਦੋਂ ਕਿ ਉਹ ਮਾਫੀਨਾਮਾ ਦੇ ਕੇ ਸੇਵਾ ਕਰ ਰਿਹਾ ਸੀ ਬਾਹਰ, ਹਾਲਾਂ ਨਾ ਉਹਨੇ ਮਾਫੀਨਾਮੇ ਨੂੰ ਮੁੜ ਕੇ ਮੰਨਿਆ, ਨਾ ਉਹਨੇ ਆਪਣਾ ਅਹੁਦਾ ਛੱਡਿਆ, ਨਾ ਕੀਤਾ, ਲੇਕਿਨ ਨਰਾਇਣ ਸਿੰਘ ਚੌੜੇ ਦੇ ਉੱਤੇ ਸੀ ਕਿ ਵੀ ਉਸਨੇ ਉਹਨੇ ਤਾਂ ਕੀਤਾ ਜਿਹੜਾ ਫਾਇਰ ਹੋਇਆ ਹੀ ਨਹੀਂ। ਮੈਨ ਹੂ ਅਟੈਕਡ ਸੁਖਬੀਰ ਸਿੰਘ ਬਾਦਲ, ਪੂਨੇ ਰੈਜ਼ੀਡੈਂਟ ਸਰਵਿੰਗ ਐਜ਼ ਸੇਵਾਦਾਰ ਐਟ ਗੁਰਦੁਆਰਾ, ਪੂਨੇ ਦਾ ਰਹਿਣ ਵਾਲਾ। ਨੰਦੇੜ ਤਖਤ ਕੰਡੈਮਸ ਅਟੈਕ ਔਨ ਸੁਖਬੀਰ ਬਾਦਲ, ਕਾਲਸ ਇਟ ਐਫਰੰਟ ਟੂ ਸੈਂਕਟਿਟੀ ਆਫ ਗੁਰਦੁਆਰਾ। ਇਹ ਸਾਰਾ ਵੀ ਚੱਲ ਰਿਹਾ ਕਿ ਭਾਈ ਇਹ
ਜਿਹੜੀ ਹੈ ਗੁਰਦੁਆਰੇ ਦੀ ਜਿਹੜੀ ਹੈ ਪਵਿੱਤਰਤਾ ਉਹ ਭੰਗ ਕੀਤੀ ਹੈ। ਫੌਰਨ ਨਰਿੰਦਰ ਮੋਦੀ ਨੂੰ ਵੀ ਸੁਖਬੀਰ ਬਾਦਲ ਦਾ ਹੇਜ ਜਾਗਿਆ ਹੈ। ਉਹਨੇ ਹਰਸਿਮਰਨ ਨੂੰ ਕਾਲ ਕਰਕੇ ਜਿਹੜਾ ਉਹਨਾਂ ਦੀ ਜਿਹੜੀ ਹੈ ਕੁਸ਼ਲ ਮੰਗਲ ਪੁੱਛਿਆ। PM ਡਾਇਲਸ ਹਰਸਿਮਰਤ ਇਨਕੁਆਇਰਸ ਅਬਾਊਟ ਸੁਖਬੀਰ's ਹੈਲਥ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਸੀਕਸ ਹਾਈ ਕੋਰਟ ਮੋਨੀਟਰਡ ਪ੍ਰੋਬ ਐਜ਼ ਪਾਰਟੀਜ਼ ਕੰਡੈਮ ਅਟੈਕ। ਚਲੋ ਇਹ ਸਾਰਾ ਜਿਹੜਾ ਹੈ ਉਹ ਇੱਕ ਸ਼ਗਨ ਹੁੰਦਾ ਹੈ। ਜਦੋਂ ਵੀ ਕੁਝ ਐਸਾ ਹੁੰਦਾ ਹੈ ਤੇ ਉਹ ਹਰ ਇੱਕ ਨੇ ਜਿਹੜਾ ਹੈ ਉਹ ਅੱਗੇ ਵੱਧ ਕੇ ਕੰਡੈਮ ਕਰਨਾ ਹੁੰਦਾ। ਹੁਣ ਅਸੀਂ ਇਸ ਦੇ ਉੱਤੇ ਜਿਹੜਾ ਕੋਈ ਇਹ ਵੀ ਨਹੀਂ ਹੈ ਕਿ ਕੋਈ ਖੁਸ਼ੀ ਜਾਂ ਕੋਈ ਜਸ਼ਨ ਮਨਾਉਣ ਵਾਲੀ ਗੱਲ ਹੈ, ਬਟ ਐਟ ਦਾ ਸੇਮ ਟਾਈਮ ਮੈਂ ਇਹ ਦੇਖਦਾ ਵੀ ਕਿੱਥੇ ਜਦੋਂ ਅਸੀਂ ਸਿੱਖਾਂ ਦੀ ਲੀਡਰਸ਼ਿਪ 18ਵੀਂ ਸਦੀ ਦੀ ਜਾਂ 20ਵੀਂ ਸਦੀ 'ਚ ਵੀ ਬਾਬਾ ਖੜਕ ਸਿੰਘ ਵਰਗਾ, ਭਾਵੇਂ ਬਾਅਦ 'ਚ ਉਹਨਾਂ ਦਾ ਅੰਜਾਮ ਕੀ ਹੋਇਆ ਇੱਕ ਵੱਖਰੀ ਕਹਾਣੀ ਹੈ, ਜਿਨ੍ਹਾਂ ਨੂੰ ਕੌਮ ਕਹਿੰਦੇ ਸੀ ਕਿ ਕੌਮ ਦਾ ਬੇਤਾਜ ਬਾਦਸ਼ਾਹ ਹੈ। ਉਹ ਇੰਗਲੈਂਡ ਦੇ ਉਸ ਪ੍ਰੈਜ਼ੀਡੈਂਟ ਨੇ ਕਿਹਾ ਵੀ ਮੈਂ ਸਿੱਖ ਕੌਮ ਨੂੰ ਲੀਡ ਕਰਦਾ, ਮੈਂ ਅਕਾਲ ਤਖਤ ਦੇ ਹੁਕਮ ਥੱਲੇ ਸੇਵਾਦਾਰ ਹਾਂ, ਮੇਰਾ ਰੁਤਬਾ ਉਹੀ ਹੈ ਜਿਹੜਾ ਇੰਗਲੈਂਡ ਦੇ ਜਿਹੜਾ ਬਾਦਸ਼ਾਹ ਦਾ ਹੈ। ਹਾਲਾਂ ਉਹਨਾਂ ਨੇ ਸਫ਼ਰ ਕੀਤਾ, ਜੇਲ੍ਹ 'ਚ ਰਹੇ, ਅਟਕ ਜੇਲ੍ਹ 'ਚ ਇਕੱਲੇ ਇੱਕ ਸ਼ਹਿਰ 'ਚ, ਕਿਉਂਕਿ ਦਸਤਾਰ ਨਹੀਂ ਸੀ ਸਜਾਣ ਦਿੰਦੇ, ਤੇ ਕੌਮ ਨੇ ਕਿਹਾ ਵੀ ਇਹ ਸਿੱਖਾਂ ਦਾ ਬੇਤਾਜ ਬਾਦਸ਼ਾਹ ਹੈ। 18ਵੀਂ ਸਦੀ ਦੀ ਜੇ ਗੱਲ ਕਰੀਏ ਤੇ ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਦੀ ਕਮਾਂਡ ਥੱਲੇ ਜਿਹੜਾ ਉਹ ਲਾਹੌਰ ਫਤਿਹ, ਦਿੱਲੀ ਫਤਿਹ ਹੋਇਆ, ਉਹਨਾਂ ਨੂੰ ਕੌਮ ਨੇ ਸੁਲਤਾਨੁਲ ਕੌਮ ਦਾ ਸੁਲਤਾਨ ਦਾ ਖਿਤਾਬ ਦਿੱਤਾ। ਹੁਣ ਅੱਜ ਐਸਾ ਕੀ ਰੀਜ਼ਨ ਹੈ ਕਿ ਉਹ ਅਕਾਲੀ ਦਲ ਜਿਹੜਾ 1920 'ਚ ਕੁਰਬਾਨੀ ਵਾਲੀ ਪਾਰਟੀ, ਜਿਨ੍ਹਾਂ ਦੇ ਥੱਲੇ ਗੁਰੂ ਕਾ ਬਾਗ, ਚਾਬੀਆਂ ਦਾ ਮੋਰਚਾ, ਜੈਤੋ ਦਾ ਮੋਰਚਾ, ਸਾਕਾ ਨਨਕਾਣਾ ਸਾਹਿਬ, ਉਸ ਸਾਰੇ ਚੋਂ ਨਿਕਲ ਕੇ, ਔਰ 47 ਤੋਂ ਬਾਅਦ ਵੀ ਇਹ ਠੀਕ ਹੈ ਇੱਕ ਬਲੰਡਰ ਵੱਡਾ ਇਹਨਾਂ ਨੇ ਕੀਤਾ, ਲੇਕਿਨ ਪੰਜਾਬੀ ਸੂਬੇ ਦੀ ਕਾਇਮੀ ਤੱਕ ਅਕਾਲੀਆਂ ਦਾ ਇੱਕ ਗਲੋਰੀਅਸ ਹਿਸਟਰੀ, ਅਕਾਲੀ ਦਾ ਮਤਲਬ ਹੀ ਕੁਰਬਾਨੀ ਵਾਲਾ ਪਾਰਟ ਸੀ। ਇਹ ਕਦੋਂ ਅਕਾਲੀ ਦਲ ਜਿਹੜਾ ਹੈ ਉਹ ਕੁਰਬਾਨੀ ਵਾਲੀ ਪੰਥਕ ਜਮਾਤ, ਜਿਹਦੇ ਲਈ ਆਮ ਸਾਡੇ ਬਜ਼ੁਰਗਾਂ ਦੀ ਜਨਰੇਸ਼ਨ ਜਦੋਂ ਹੁੰਦਾ ਸੀ ਜੀ ਇਹ ਕੌਣ ਹੈ, ਪੰਥ ਵੱਲੋਂ ਕੌਣ ਖੜਾ ਹੈ, ਇਹਦਾ ਵੋਟ ਅਸੀਂ ਪੰਥ ਨੂੰ ਪਾਉਣੀ ਹੈ, ਤਕੜੀ ਨੂੰ ਪਾਉਣੀ, ਉਹਨਾਂ ਦੇ ਲਈ ਅਕਾਲੀ ਦਲ ਤੇ ਪੰਥ ਸਿਨੋਨਿਮਸ ਸੀ, ਉਹ ਸੋਚਿਆ ਵੀ ਨਹੀਂ ਸੀ। ਪਰ ਅੱਜ ਐਸਾ ਕੀ ਹੋਇਆ ਕਿ ਉਹ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਰਿਪੀਟਡ ਅਟੈਕਸ ਦਾ ਸਾਹਮਣਾ ਕਰ ਰਹੇ। ਕੀ ਇਹ ਕੰਸਪੀਰੇਸੀ ਹੈ? ਹੁਣ ਦੁਸ਼ਮਣ ਦੇ ਖਿਲਾਫ ਜਦੋਂ ਕੋਈ ਹੁੰਦਾ ਹੈ ਉਹ ਤਾਂ ਜ਼ਾਹਰ ਹੈ ਕਿ ਵੀ ਹਰ ਸਿੱਖ ਜਿਹੜਾ ਉਹਦੇ, ਪਰ ਅੱਜ ਇਹ ਇਹਨਾਂ ਲੋਕਾਂ ਲਈ ਵੀ ਜਿਹਨੂੰ ਮਨਨ ਕਹਿੰਦੇ ਨੇ ਜਾਂ ਇਸ ਨੂੰ ਪੜਚੋਲ ਦੀ ਘੜੀ ਹੈ ਵੀ ਐਸਾ ਕੀ ਵਾਪਰਿਆ ਕਿ ਉਹੀ ਕੌਮ ਜਿਹਨੇ ਕਦੇ ਮਾਸਟਰ ਤਾਰਾ ਸਿੰਘ ਨੂੰ ਹਾਥੀ ਤੇ ਬਿਠਾ ਕੇ ਉਹਨਾਂ ਦਾ ਜਲੂਸ ਕੱਢਿਆ ਸੀ ਕਿ ਭਾਈ ਇਹ ਕੌਮ ਦਾ ਹੈ, ਔਰ ਬੇਤਾਜ ਬਾਦਸ਼ਾਹ ਵਰਗਾ ਉਹਦਾ ਬਾਬਾ ਖੜਕ ਸਿੰਘ ਨੂੰ ਦਿੱਤਾ ਸੀ, ਐਸਾ ਕੀ ਵਾਪਰਿਆ ਹੈ 84 ਤੋਂ ਬਾਅਦ ਕਿ ਅਕਾਲੀ ਦਲ ਦਾ ਪ੍ਰਧਾਨ ਲੌਂਗੋਵਾਲ ਸਿੱਖ ਨੌਜਵਾਨਾਂ ਦੇ ਹੱਥਾਂ 'ਚ ਗੁਰਦੁਆਰੇ ਦੀ ਹਦੂਦ 'ਚ ਮਾਰਿਆ ਜਾਂਦਾ ਹੈ। ਬਾਦਲ ਦੇ ਉੱਤੇ ਦੂਸਰਾ ਅਟੈਕ ਵੀ ਗੁਰਦੁਆਰੇ ਦੇ ਜਿਹੜਾ ਕੰਪਲੈਕਸ ਦੇ ਵਿੱਚ ਹੁੰਦਾ ਹੈ। ਕੀ ਇਹਨਾਂ ਨੂੰ ਆਪਣੇ ਆਪ ਨੂੰ ਇਹ ਸਮਝ ਨਹੀਂ ਆਉਂਦੀ ਹੈ ਵੀ ਉਹ ਕੌਮ ਜਿਹੜੀ ਅੱਖਾਂ ਤੇ ਬਿਠਾਉਣ ਵਾਲੀ ਹੈ, ਜੇ ਇਸ ਕਦਰ ਜਿਸ ਨੂੰ ਅਸੀਂ ਸਿਮਰਿੰਗ ਐਂਗਰ ਕਹਿੰਦੇ ਹਾਂ ਕਿ ਅੰਦਰ ਜੋ ਕੁਝ ਚੱਲ ਰਿਹਾ, ਕਿਉਂਕਿ ਬਹੁਤ ਕੁਝ ਐਸਾ ਹੋਇਆ ਹੈ ਇਹਨਾਂ ਦੇ ਰਾਜ ਵੇਲੇ, ਜਿਨ੍ਹਾਂ ਨੂੰ 5 ਵਾਰ ਇਹਦਾ ਪਿਓ ਚੀਫ ਮਿਨਿਸਟਰ ਰਿਹਾ ਹੋਏ, ਇਹ ਖੁਦ ਜਿਹਦੇ ਥੱਲੇ ਹੋਮ ਮਿਨਿਸਟਰੀ ਸੀ, ਜੋ ਕੁਝ ਬਰਗਾੜੀ 'ਚ ਹੋਇਆ, ਬਾਈਬਲ ਕਲਾਂ 'ਚ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਔਰ ਜੋ ਲੇਟੈਸਟ, ਔਰ ਉਦੋਂ ਸਿਆਣਿਆਂ ਨੇ ਜਦੋਂ 2 ਦਸੰਬਰ 2024 ਨੂੰ ਜਿਹੜਾ ਇਹਨਾਂ ਦੇ ਖਿਲਾਫ ਅਕਾਲ ਤਖਤ ਤੋਂ ਆਇਆ, ਬਹੁਤ ਸਾਰਿਆਂ ਨੇ ਕਿਹਾ, ਉਹਨਾਂ ਨੇ ਕਿਹਾ ਵੀ ਇਹ ਹੁਣ ਇੱਕ ਰਿਵਾਈਵਲ ਹੋਏਗੀ, ਅਕਾਲੀ ਦਲ ਐਜ਼ ਏ ਪੰਥਕ ਜਮਾਤ ਵਾਪਸ ਆਏਗੀ, ਔਰ ਇੰਨਾ ਉਤਸ਼ਾਹ ਪੈਦਾ। ਲੇਕਿਨ ਜਿਵੇਂ ਇਹਨਾਂ ਨੇ ਕੜੀ ਘੋਲੀ ਮੁੜ ਕੇ ਬਿਲਕੁਲ ਹੀ ਮੁੱਕਰਿਆ, ਫਿਰ ਕਿਵੇਂ ਜਿਹੜਾ ਉਹ ਇੱਕ ਤੋਂ ਬਾਅਦ ਇੱਕ ਜਥੇਦਾਰ ਬਦਲਣ ਦੀ ਲਾਈਨ ਆਈ, ਔਰ ਬਿਲਕੁਲ ਬੇਸ਼ਰਮੀ ਦੇ ਨਾਲ ਉਸੇ ਤਰ੍ਹਾਂ ਹੀ ਜਿਹੜਾ ਉਹ ਆਪਣੀ ਪ੍ਰਧਾਨਗੀ ਦੇ ਨਾਂ ਥੱਲੇ ਕਰ ਰਹੇ ਨੇ। ਸੋ ਹਾਲਾਂ ਕਿਸੇ ਵੀ ਕਿਸਮ ਦੀ ਹਿੰਸਾ ਆਪਣਿਆਂ ਦੇ ਖਿਲਾਫ ਜਿਹੜੇ ਆਪਣੇ ਕਹਿ ਰਹੇ ਹੋਣ, ਭਾਵੇਂ ਉਹ ਇੰਟਰਸਟ ਤਾਂ ਬਗਾਨਿਆਂ ਦਾ ਹੀ ਸਰਵ ਕਰਦੇ ਨੇ। ਹੁਣ ਲੇਟਲੀ ਅਜੇ ਨਹੀਂ ਪਤਾ ਹੈ ਡੀਟੇਲ ਕਿ ਭਾਈ ਜਸਪਾਲ ਸਿੰਘ ਦਾ ਸੰਬੰਧ ਕਿਹਦੇ ਨਾਲ ਹੈ, ਕੀ ਹੈ, ਇਨਵੈਸਟੀਗੇਸ਼ਨ ਵੀ ਉਹਨਾਂ ਨੇ ਹੀ ਕਰਨੀ ਹੈ। ਜਿਹੜੇ ਜੇ ਦੁਸ਼ਮਣ ਦੀ ਸਾਜ਼ਿਸ਼ ਹੈ ਜਾਂ ਉਹਨਾਂ ਦੀ ਕੰਸਪੀਰੇਸੀ ਹੈ ਤੇ ਉਹ ਤਾਂ ਫਿਰ ਇਹਨਾਂ ਦੇ ਆਪਣੇ ਹੋ ਚੁੱਕੇ ਨੇ। ਉਹਦਾ ਅੱਜ 4-5 ਦਿਨ ਪਹਿਲਾਂ ਸੁਖਬੀਰ ਬਾਦਲ ਮੋਦੀ ਦੇ ਨਾਲ ਜਾ ਕੇ ਇੱਕ ਪ੍ਰਾਈਵੇਟ ਮੀਟਿੰਗ ਕਰਦਾ, ਅੱਧਾ ਘੰਟਾ ਲਗਭਗ। ਉਸ ਤੋਂ ਬਾਅਦ ਵਿਰਸੇ ਵਲਟੋਏ ਵਰਗੇ ਜਾਂ ਦੂਜੇ ਜਿਹੜੇ ਨੇ ਉਹ ਬੜੀ ਐਡਵੋਕੇਸੀ ਕਰਦੇ ਨੇ ਕਿ ਦੇਖੋ ਜੀ
ਹਿੰਦੂ ਸਿੱਖ ਏਕਤਾ ਦਾ ਪੰਜਾਬ 'ਚ ਤਾਂ ਹੀ ਸੰਭਵ ਹੈ ਜੇ ਜਿਹੜੀ ਹੈ ਉਹ ਬਾਦਲਾਂ ਦਾ, ਸਾਡੇ ਦਲ ਦਾ ਔਰ ਬੀਜੇਪੀ ਦਾ ਅਲਾਇੰਸ ਹੁੰਦਾ ਹੈ। ਹੁਣ ਜਿਹੜਾ ਪੰਜਾਬ ਦੇ ਵਿੱਚ ਉਭਾਰ ਹੈ ਉਹਦੇ 'ਚ ਬੇਸ਼ੱਕ ਭਾਈ ਅੰਮ੍ਰਿਤਪਾਲ ਸਿੰਘ ਜਾਂ ਪੰਥਕ ਏਜੰਡੇ ਦੀ ਗੱਲ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਢੰਗ ਨਾਲ ਕਿ ਜਦੋਂ ਅਸੀਂ ਸਾਜ਼ਿਸ਼ ਜਾਂ ਦੂਸਰਾ ਕਰਦੇ ਹਾਂ, ਇਹ ਬੀਜੇਪੀ ਜਾਂ ਏਜੰਸੀਆਂ ਦਾ ਕੰਮ ਹੁੰਦਾ ਕਿ ਜੇ ਕਿਸੇ ਲਈ ਤੁਸੀਂ ਹਮਦਰਦੀ ਪੈਦਾ ਕਰਨੀ ਹੈ, ਅਦਰਵਾਈਜ਼ ਕੁਛ ਨਹੀਂ ਚੱਲ ਰਿਹਾ, ਤੁਸੀਂ ਕੁਛ ਨਾ ਕੁਛ ਕਰਵਾ ਦਿੰਦੇ ਹੋ। ਔਰ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਕਰਨ ਵਾਲਾ ਹੈ ਉਹ ਜਿਹੜੇ ਕਰਵਾਉਣਾ ਚਾਹੁੰਦੇ ਨੇ ਉਹਨਾਂ ਦੀ ਪੇਰੋਲ ਤੇ ਹੁੰਦਾ ਹੈ। ਹਾਲਾਤ ਉਸ ਕਿਸਮ ਦੇ ਬਣਾ ਦਿੱਤੇ ਜਾਂਦੇ ਨੇ ਕਿ ਬਈ ਉਸ ਕਿਸਮ ਦਾ ਕੀ ਹੈ ਜਾਂ ਇਹ ਕੋਈ ਅੰਦਰੂਨੀ ਕ੍ਰਾਈਸਿਸ ਹੈ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹਨਾਂ ਨੂੰ ਵੀ ਜਿਹੜੀ ਲੀਡਰਸ਼ਿਪ ਇਸ ਵੇਲੇ ਆਪਣੇ ਆਪ ਨੂੰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਨਫ ਇਜ਼ ਇਨਫ। ਹੁਣ ਤੁਸੀਂ ਕੌਮ ਨੂੰ ਬਥੇਰਾ ਲੁੱਟਿਆ, ਬਥੇਰਾ ਜਿਹੜਾ ਉਸ ਨੂੰ ਜ਼ਲੀਲ ਕੀਤਾ, ਜੇ ਤੁਹਾਨੂੰ ਲੱਗਦਾ ਹੈ ਕਿ ਬਈ ਔਰ ਕੌਮ ਤੁਹਾਨੂੰ ਐਕਸੈਪਟ ਨਹੀਂ ਕਰਦੀ ਤਾਂ ਔਨਰੇਬਲੀ ਤੁਹਾਡੇ ਕੋਲ ਇੰਨਾ ਕੁ ਧਨ ਦੌਲਤ ਹੈ, ਤੁਹਾਡੀਆਂ 21 ਕੁਲਾਂ ਜਿਹੜੀਆਂ ਨੇ ਉਹ ਰੱਜ ਕੇ ਖਾ ਸਕਦੀਆਂ। ਹਾਂ, ਜੇ ਤੁਸੀਂ ਰੋਣਾ ਹੈ ਵੀ ਸਾਡੀ 22ਵੀਂ ਕੁਲ ਕਿੱਥੋਂ ਖਾਏਗੀ, ਉਹ ਤਾਂ ਫਿਰ ਅਸੀਂ ਕੁਝ ਨਹੀਂ ਕਰ ਸਕਦੇ। ਪਰ ਕਈ ਵਾਰ ਇਹ ਵੀ ਹੁੰਦਾ ਹੈ ਵੀ ਤੁਸੀਂ ਆਰਾਮ ਨਾਲ ਦੇਖਦੇ ਹੋ ਕਿ ਵੀ ਤੁਹਾਡੀ ਐਕਸੈਪਟੇਬਿਲਟੀ ਨਹੀਂ ਹੈ ਤੇ ਆਰਾਮ ਨਾਲ ਪਾਸੇ ਹੋ ਜਾਓ ਔਰ ਅਸੀਂ ਦੇਖਾਂਗੇ ਆਉਣ ਵਾਲੇ ਦਿਨਾਂ 'ਚ ਇਸ 'ਚੋਂ ਹੋਰ ਕੀ ਡਿਟੇਲਸ ਐਮਰਜ ਹੁੰਦੀਆਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਾਣਾ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।